पंजाब मेल टीवी यूएसए देख रहे सारे दर्शकों का स्वागत है। मैं तेजपाल सिंह मनहास ते लैके हाज़र हाँ प्रोग्राम खबर जंक्शन। सरदार नरेंद्र सिंह सत्ती हुणी साडे कोल पहुँच चुके हैं। उन्होंने जी आया कहिए तो प्रोग्राम शुरू करिए। सत्ती साहब जी आया नूं सत श्री अकाल जी। सत श्री अकाल जी। सत्ती साहब, गुलजार का एक शेयर है, इरशाद कहते बहुत छाले हैं उसके पैरों में, कमबख्त असूलों पर चला होगा जी। कुंवर विजय प्रताप सिंह इन्वेस्टिगेशन की, सब कुछ किया, किन्ना कुछ सिया, धमकियां भी सुनिया, कोर्ट दे विच बेइज्जत भी होए, ठीक है, पर हार नहीं मनी। हुण जदों उन्हां दी इन्वेस्टिगेशन नूं रद्द करन दी गल होई ते अपने असूलों ते पहरा दिंदे होए उन्हें रेजिगनेशन दिता, पर कैप्टन साहब ने रेजिगनेशन मन्निया नहीं, पर वो अड़े हुए ने। कहते तेजपाल जी, असूलों ते पहरा देण वाले लोगों नूं बहुत दुश्वारियां झलणियां पैंदियां। मुढ़ कदीम तो ये सारा कुछ चलता आया। कैप्टन साहब की एक गल्लों मैं जरूर सिफत करांगा। ठीक है, मेरा कोई कांग्रेस जां अकालियां नाल जां आप नाल कोई लैण देण नहीं, कोई विचारधारक सांझ नहीं। सारियां पार्टियां मैनूं इक्को जिहियां लगदियां, सारा लोटू लाना ही मैनूं लगता हैगा। पर किते किते मैनूं लगदा पई जिहड़े कैप्टन अमरिंदर सिंह होरी आ वो ईमानदार अफसरां दे बड़े कदरदान ने जी। मसलन एक बार जलंधर लुधियाना रोड ते फलौर दरिया दे लागे पुलिस नाका लागे खड़ी सी फलौर दी, तां कोई बंदे आए, उन्हां तों कागज़ पत्तर मंगे, मशकूक लोग सीगे, शक्की। ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਟਿਆਲੇ ਦੇ ਬੰਦੇ ਹਾਂ, ਤਾਂ ਭਈ ਕੈਪਟਨ ਸਾਹਿਬ ਦੇ ਇੱਦਾਂ ਖਾਸ ਬੰਦਿਆਂ 'ਚੋਂ ਆ। ਅਤੇ ਉਹ ਕਿਤੇ DSP ਨਾਕੇ 'ਤੇ ਸੀਗਾ, ਉਹਨਾਂ ਨੇ ਉੱਥੇ ਫੋਨ ਲਾ ਲਿਆ ਅਤੇ ਉਹ ਕੈਪਟਨ ਸਾਹਿਬ ਨੇ ਚੁੱਕ ਲਿਆ ਫੋਨ। ਅਤੇ ਉਹ ਕਹਿੰਦੇ ਭਈ ਇਹਨਾਂ ਦੀ ਚੰਗੀ ਤਰ੍ਹਾਂ ਤਫਤੀਸ਼ ਕਰੋ ਅਤੇ ਫੜ ਕੇ ਇਹਨਾਂ ਨੂੰ ਅੰਦਰ ਦਿਓ, ਮੇਰੇ ਕੁਛ ਨਹੀਂ ਲੱਗਦੇ, ਠੀਕ ਹੈ, ਅਤੇ ਸ਼ਾਬਾਸ਼ ਬਈ ਤੇਰੇ, ਤੂੰ ਜੁਰਤ ਕੀਤੀ ਮੈਨੂੰ ਸਿੱਧਾ ਫੋਨ ਲਾਉਣ ਦੀ ਅਤੇ ਦਰਿਆਫਤ ਕਰਨ ਦੀ। ਸੋ ਜਿੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਵਰਗੇ ਅਫਸਰ ਦਾ ਮਸਲਾ ਆ, ਜੇ ਤਾਂ ਕੋਈ ਅਫਸਰ ਇਮਾਨਦਾਰ ਆ ਉਹ ਲੋਕਾਂ ਨੂੰ ਉੱਦਾਂ ਨਹੀਂ ਪਚਦਾ। ਜੇ ਭ੍ਰਿਸ਼ਟ ਅਫਸਰ ਆ ਅਤੇ ਉਹ ਜਿਹੜਾ ਬਦਮਾਸ਼ ਲਾਣਾ ਹੈ ਉਹਨਾਂ ਲਈ ਤਾਂ ਠੀਕ ਹੁੰਦਾ, ਪਰ ਆਮ ਲੋਕਾਂ ਲਈ ਉਹ ਜਿਹੜਾ ਆ ਉਹ ਭ੍ਰਿਸ਼ਟ ਹੀ ਆ ਨਾ। ਬਿਲਕੁਲ ਓਕੇ, ਉਹ ਰਲ ਮਿਲ ਕੇ ਕੰਮ ਕਰਦੇ ਨੇ, ਠੱਗੀਆਂ ਠੋਰੀਆਂ ਜੋ ਮਰਜ਼ੀ। ਕੁੰਵਰ ਵਿਜੇ ਪ੍ਰਤਾਪ ਹੋਰੀ ਬਹੁਤ ਜ਼ਿਆਦਾ ਦਾਨਿਸ਼ਵਰ ਪੜ੍ਹੇ ਲਿਖੇ ਅਫਸਰ ਗਿਣੇ ਜਾਂਦੇ ਆ, ਪੰਜਾਬ ਕਾਡਰ ਦੇ IPS ਨੇ। ਪਹਿਲੇ ਦਿਨ ਤੋਂ ਹੀ ਉਹਦਾ ਹੀ ਕਿਉਂ ਵਿਰੋਧ ਕਰ ਰਹੇ ਆ ਵਿੱਚ ਹੀ ਅਕਾਲੀ ਜਿਹੜੇ ਆ, ਜਾਂ ਵਿੱਚ ਹੀ ਜਿਹੜੇ ਦੋਸ਼ੀ ਪੁਲਿਸ ਅਫਸਰ ਆ ਜਿਹੜੇ ਹੁਣ ਕਟਹਿਰੇ 'ਚ ਖੜ੍ਹਦੇ ਨੇ ਅਦਾਲਤਾਂ 'ਚ ਜਾ ਕੇ, ਤੇ ਇਹਨੂੰ ਹਟਾਓ। ਕਿਉਂ ਹਟਾਓ? ਕਿਉਂਕਿ ਉਹ ਇਮਾਨਦਾਰ ਆ, ਉਹਨੇ ਕਿਸੇ ਦੀ ਸੁਣਨੀ ਨਹੀਂ, ਅਤੇ ਉਹਨੇ ਆਤਮਾ ਦੀ ਆਵਾਜ਼ 'ਤੇ ਜੋ ਲਿਖਣਾ ਆਪਣੀ ਕਲਮ ਚਲਾਉਣੀ ਹੈਗੀ ਆ। ਅਤੇ ਹੁਣ ਅਦਾਲਤ ਹੀ ਜਿਹੜੀ ਆ ਉਹਦੇ ਵੱਲੋਂ ਜਿਹੜੀ ਰਿਪੋਰਟ ਆ ਉਹਨੂੰ ਰੱਦ ਕਰ ਰਹੀ ਹੈ ਜੀ। ਵੈਸੇ ਤਾਂ ਕੈਪਟਨ ਸਾਹਿਬ ਨੂੰ ਇੱਕ ਹੋਰ ਜ਼ਰੂਰਤ ਕਰਨੀ ਚਾਹੀਦੀ ਆ, ਸਾਡੇ ਮਾਨਯੋਗ ਮੁੱਖ ਮੰਤਰੀ ਨੂੰ, ਵੀ ਉਹ ਅਦਾਲਤ ਨੇ ਤਾਂ ਮੰਨੀ ਚਾਹੇ ਨਹੀਂ ਮੰਨੀ, ਘੱਟੋ ਘੱਟ ਉਹਨੂੰ ਜਗ ਜ਼ਾਹਰ ਤਾਂ ਕਰ ਦੇਣ, ਪਤਾ ਤਾਂ ਲੱਗੇ ਵੀ ਕਿਹੜਾ ਕਿਹੜਾ ਦੋਸ਼ੀ ਆ। ਫਿਰ ਉਹਨਾਂ ਨੇ ਅਸਤੀਫਾ ਦੇ ਦਿੰਦੇ ਨੇ ਕੁੰਵਰ ਵਿਜੇ ਪ੍ਰਤਾਪ ਹੋਰੀ, ਔਰ ਕੈਪਟਨ ਸਾਹਿਬ ਨਾ ਮਨਜ਼ੂਰ ਕਰ ਦਿੰਦੇ ਆ। ਅਤੇ ਅੱਜ ਉਹ ਰਾਜਪਾਲ ਪੰਜਾਬ VP ਸਿੰਘ ਬਦਨੌਰ ਹੋਰਾਂ ਕੋਲ ਪੁੱਜ ਗਏ ਨੇ, ਕੁੰਵਰ ਵਿਜੇ ਪ੍ਰਤਾਪ ਹੋਰੀ ਜੀ। ਉਹ ਪਿੱਛੇ ਨਹੀਂ ਹਟੇ, ਉਹ ਕਹਿੰਦੇ ਮੈਂ ਸਮਾਜ ਸੇਵਾ ਦੇ ਕਾਰਜ ਇੱਦਾਂ ਹੀ ਜਾਰੀ ਰੱਖਾਂਗਾ, ਪਰ ਮੈਂ ਹੁਣ ਮਤਲਬ ਨੌਕਰੀ ਨਹੀਂ ਹੋਰ ਕਰਨੀ ਹੈ। ਉਹਨਾਂ ਦੀ ਨਾ ਇੱਕ ਫੇਸਬੁੱਕ ਪੋਸਟ ਮੈਂ ਜਿਹੜੀ ਕੱਲ ਪੜ੍ਹੀ ਹੈ ਜੀ, ਉਹਦੇ ਤੇ ਜੋ ਗਦਰੀ ਬਾਬਿਆਂ ਦੇ ਟਾਈਮ ਦੇ ਉੱਤੇ ਸਰਦਾਰ ਕਰਤਾਰ ਸਿੰਘ ਸਰਾਭਾ ਹੁਣੀ ਜੀ ਇੱਕ ਸ਼ੇਅਰ ਗੁਣਗੁਣਾਉਂਦੇ ਹੁੰਦੇ ਸੀ ਜੀ। ਉਹ ਸ਼ੇਅਰ ਉਹਨਾਂ ਨੇ ਲਿਖਿਆ, ਕਹਿੰਦੇ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਜੀ। ਤੇ ਨਾਲ ਉਹ ਲਿਖਦੇ ਆ, ਕਹਿੰਦੇ ਠੀਕ ਆ, ਇਹ ਲੋਕੀ, ਮੈਂ ਇਹਨੂੰ ਪੋਲੀਟੀਸਾਈਜ਼ ਨਹੀਂ ਕਰਨਾ ਚਾਹੁੰਦਾ ਮੈਟਰ ਨੂੰ, ਚਾਹੇ ਮੇਰੀ ਇਨਵੈਸਟੀਗੇਸ਼ਨ ਰੱਦ ਕਰ ਰਹੇ ਆ ਜਾਂ ਜੋ ਵੀ ਕਰ ਰਹੇ ਆ, ਪਰ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਹੁਣਾਂ ਦੀ ਕੋਰਟ 'ਚ ਕਰਾਂਗਾ ਜੀ, ਉੱਥੇ ਮੇਰੀ ਸੁਣਵਾਈ ਹੋਊਗੀ ਜੀ। ਦੇਖੋ, ਹਾਈ ਕੋਰਟ ਦੇ ਫੈਸਲੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਇੱਕ ਪੁਲਿਸ ਅਫਸਰ ਨੂੰ ਸਿੰਘਮ ਦੱਸਣਾ, ਉਹਨੂੰ ਆਪਣੀ ਮਤਲਬ ਆਪਣੀ ਮਸ਼ਹੂਰੀ ਦੱਸਣਾ ਪਈ, ਉਹ ਆਪਣੀ ਬੱਲੇ ਬੱਲੇ ਲਈ ਇਹ ਸਾਰਾ ਕੁਛ ਕਰ ਰਿਹਾ, ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਆ ਉਹ ਮਤਲਬ ਜੇ ਆਈਆਂ ਹੈਗੀਆਂ ਤਾਂ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ। ਪਰ ਇਹ ਉਹਨਾਂ ਦੀ ਨਾ ਸ਼ਖਸੀਅਤ ਨੂੰ ਘਟਾ ਕੇ ਦੇਖਣ ਵਾਲੀ ਗੱਲ ਜ਼ਰੂਰ ਹੈਗੀ ਆ। ਸੰਨੀ ਸਾਹਿਬ, ਇੱਕ ਗੱਲ ਹੋ ਰਿਹਾ ਜੀ,
ਮੈਂ ਕੋਈ ਅਪਰਾਧ ਕਰਦਾ ਜੀ ਤੇ ਕੋਰਟ ਮੈਨੂੰ ਕਦੋਂ ਤੋਂ ਇਹ ਹੱਕ ਦੇਣ ਲੱਗ ਪਈ ਵੀ ਮੈਂ ਜਿਹੜੇ ਇਨਵੈਸਟੀਗੇਟਿੰਗ ਆਫੀਸਰਸ ਹੋਣਗੇ ਮੇਰੇ ਕੇਸ ਦੇ ਵਿੱਚ ਜੀ ਉਹਨਾਂ ਦੀ ਮੈਂ ਪਰੇਡ ਕਰਾਵਾਂ ਤੇ ਉਹ 'ਚੋਂ ਜਿਹੜਾ ਚੰਗਾ ਲੱਗਦਾ ਮੈਂ ਉਹ ਚੂਜ਼ ਕਰਾਂ। ਇਦਾਂ ਨਹੀਂ ਇੱਕ ਹੁੰਦਾ। ਅਕਿਊਜ਼ਡ ਨੂੰ ਇੱਕ ਜਿਹੜਾ ਬੰਦਾ ਚੋਰ ਹੈ ਜਾਂ ਜਿਹੜਾ ਉਹਨੂੰ ਇਹ ਹੱਕ ਕਾਤਿਲ ਹੈ ਨਹੀਂ। ਉਹਨੂੰ ਇਹ ਹੱਕ ਕਿਹਨੇ ਦਿੱਤਾ ਹੈ? ਤਾਂ ਔਰ ਸੁਮੇਧ ਸਿੰਘ ਸੈਣੀ ਹੋਰੀ, ਪਰਮਰਾਜ ਉਮਰਾ ਨੰਗਲ, ਚਰਨਜੀਤ ਸ਼ਰਮੇ ਹੋਰੀ, ਇਹ ਸਾਰੇ ਜਿਹੜੇ ਮਤਲਬ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਚ ਮਬਲੂਸ ਮਤਲਬ ਉਹ ਤਾਂ ਅਦਾਲਤ ਨੇ ਹੁਣ ਸਿੱਧ ਕਰਨਾ, ਘੱਟੋ ਘੱਟ ਜਿਨ੍ਹਾਂ ਦੇ ਖਿਲਾਫ ਚਲਾਨ ਪੇਸ਼ ਹੋਏ ਆ, ਗ੍ਰਿਫਤਾਰੀਆਂ ਹੋਈਆਂ, ਇਹ ਸਾਰੇ ਪਹਿਲੇ ਦਿਨ ਤੋਂ ਹੀ ਕੰਵਰ ਵਿਜੇ ਪ੍ਰਤਾਪ ਦਾ ਵਿਰੋਧ ਕਰਦੇ ਆ ਵੀ ਇਹ ਨਹੀਂ ਸਿੱਟ ਦਾ ਮੁਖੀ ਹੋਣਾ ਚਾਹੀਦਾ। ਸੋ ਕਿਉਂ ਵਿਰੋਧ ਕਰਦੇ ਆ, ਇਹ ਤੁਹਾਡੀ ਸਾਡੀ ਸਾਰਿਆਂ ਦੀ ਸਮਝ 'ਚ ਆਉਣਾ ਚਾਹੀਦਾ ਵੀ ਇੱਕ ਇਮਾਨਦਾਰ ਅਫਸਰ ਦੀ ਥਾਂ ਕੋਈ ਬੇਈਮਾਨ ਲਾ ਦਿਓ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਰਿਪੋਰਟ ਦੇ ਦੇਵੇ ਤੇ ਇਹਨਾਂ ਨੂੰ ਬਰੀ ਕਰ ਦੇਵੇ। ਅੱਛਾ, ਕੱਲ ਮੈਂ ਨਾ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਜੀ। ਜਿਹੜੀ ਉਹਨਾਂ ਨੇ ਮਤਲਬ ਉਹਨਾਂ ਨੇ ਵੀ ਇਨਵੈਸਟੀਗੇਸ਼ਨ ਜਾਂਚ ਕੀਤੀ ਸੀ, ਉਹ ਵੀ ਠੰਡੇ ਬਸਤੇ ਜੇ ਪਾਈ ਹੋਈ ਹੈ ਜੀ। ਉਹਨਾਂ ਨੇ ਇੱਕ ਕੋਈ ਜਿਹੜੇ ਜਸਟਿਸ ਆਪਣੇ ਹੈਗੇ ਨੇ ਸੁਪਰੀਮ ਕੋਰਟ ਦੇ ਚੰਦਰਚੂੜ ਹੋਣੀ ਜੀ, ਵਾਈ ਚੰਦਰਚੂੜ ਜੀ ਜੀ, ਉਹਨਾਂ ਦੀ ਕੋਈ ਉਹ ਕੋਟੇਸ਼ਨ ਸੀਗੀ, ਕੱਲ ਦੀ ਜਾਂ ਪਰਸੋਂ ਦੀ ਕੋਟੇਸ਼ਨ ਸੀਗੀ ਜੀ। ਉਹਨਾਂ ਨੇ ਸਾਫ਼-ਸਾਫ਼ ਲਿਖਿਆ ਆ ਵੀ ਕੋਰਟ ਜਿਹੜੀ ਆ ਨਾ ਉਹ ਪੁਲਿਸ ਪ੍ਰੋਬ ਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੀ ਜੀ। ਤੇ ਇਹ ਕੀ ਗੱਲ ਹੈ, ਇਹ ਜਦੋਂ ਅਸੀਂ ਜਾਂਚ ਦੇਖਦੇ ਆ ਇਹਦੇ ਤਾਂ ਹਰ ਪੈਰ ਦੇ ਉੱਤੇ ਕੋਰਟ ਨੇ ਇੰਟਰਫੀਅਰ ਕੀਤਾ ਜੀ। ਔਰ ਕੋਰਟ ਦੀ ਦੇਖੋ ਆਲੋਚਨਾ ਵੀ ਹੋਈ ਆ, ਜਿਹੜੇ ਬੁੱਧੀਜੀਵੀ ਵਰਗ ਦੇ ਲੋਕ ਆ ਉਹਨਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜੀ। ਔਰ ਜਿਹੜੇ ਪੀੜਤ ਪਰਿਵਾਰ ਨੇ ਉਹ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਵੀ ਉਹ ਸੈਸ਼ਨ ਕੋਰਟ ਫਰੀਦਕੋਟ ਉਹਨਾਂ ਨੇ ਧਰਨਾ ਲਾਇਆ ਔਰ ਹੁਣ ਹਾਈ ਕੋਰਟ ਦੇ ਬਾਹਰ ਧਰਨਾ ਲਾਇਆ ਜਾ ਰਿਹਾ ਉਹਨਾਂ ਪਰਿਵਾਰਾਂ ਵੱਲੋਂ। ਇਦਾਂ ਕਦੀ ਨਹੀਂ ਹੋਇਆ ਵੀ ਹਾਈ ਕੋਰਟ ਦੇ ਜੱਜ ਦਾ ਇੱਕ ਫੈਸਲਾ ਹੋਵੇ ਤੇ ਲੋਕ ਉਹਨੂੰ ਨਾ ਮਨਜ਼ੂਰ ਕਰਨ। ਜ਼ਰੂਰ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਆ ਇਸ ਸਾਰੇ ਫੈਸਲੇ ਨਾਲ ਵੀ ਇੱਕ ਇਮਾਨਦਾਰ ਅਫਸਰ ਦੇ ਖਿਲਾਫ ਹਾਈ ਕੋਰਟ ਇਦਾਂ ਦੀਆਂ ਟਿੱਪਣੀਆਂ ਕਰੇ। ਹੁਣ ਹਾਈ ਕੋਰਟ ਦਾ ਘਰਾਓ ਹੋ ਰਿਹਾ ਜੀ, ਹਾਈ ਕੋਰਟ ਦਾ ਘਰਾਓ ਹੋ ਰਿਹਾ। ਉਹਦੇ ਨਾਲ ਇੱਕ ਗੱਲ ਜਿਹੜੀ ਐਡਵੋਕੇਟ ਜਨਰਲ ਆ ਅਤੁਲ ਨੰਦਾ ਹੁਣੀ ਪੰਜਾਬ ਦੇ, ਉਹਨਾਂ ਦੇ ਖਿਲਾਫ ਵੀ ਇੱਕ ਲਾਮਬੰਦੀ ਸ਼ੁਰੂ ਹੋ ਗਈ ਆ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਹੋਰ ਬੰਦੇ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਅਤੁਲ ਕੇਸ ਨੂੰ ਕਮਜ਼ੋਰ ਕਰਨ 'ਚ ਉਹਨਾਂ ਦਾ ਪੂਰਾ ਹੱਥ ਆ ਜੀ। ਅਤੁਲ ਨੰਦਾ ਦੇ ਖਿਲਾਫ ਵੀ ਲੋਕ ਟਿੱਪਣੀਆਂ ਕਰ ਰਹੇ ਆ ਸੋਸ਼ਲ ਮੀਡੀਆ ਤੇ ਵੀ, ਉੱਦਾਂ ਵੀ, ਔਰ ਉਹਨੂੰ ਹਟਾਉਣ ਲਈ ਮਤਲਬ ਜ਼ੋਰ ਪਾਇਆ ਜਾ ਰਿਹਾ ਵੀ ਇਹਨਾਂ ਨੇ ਕੇਸ ਨੂੰ ਕਮਜ਼ੋਰ ਕੀਤਾ ਹੈਗਾ, ਅੰਦਰ ਖਾਤੇ ਮਿਲੇ ਹੋਏ ਆ। ਅੱਛਾ, ਕਾਂਗਰਸ ਦੇ ਅੰਦਰੋਂ ਆਵਾਜ਼ ਉੱਠ ਰਹੀ ਆ ਜੀ। ਐਮਐਲਏ ਜਿਹੜੇ ਕੁਝ ਕਾਂਗਰਸ ਦੇ ਆ ਉਹ ਇਹ ਕਹਿ ਰਹੇ ਆ ਵੀ ਸੁਪਰੀਮ ਕੋਰਟ ਜਾਣ ਦੀ ਥਾਂ ਜਲਦੀ ਦੇ ਵਿੱਚ ਇੱਕ ਹੋਰ ਐਸਆਈਟੀ ਬਣਾਈ ਜਾਵੇ, 2-3 ਮਹੀਨਿਆਂ 'ਚ ਉਹਦੀ ਜਾਂਚ ਪੂਰੀ ਕੀਤੀ ਜਾਵੇ ਤੇ ਚਾਰਜ ਸ਼ੀਟ ਜਿਹੜੀ ਆ ਉਹ ਫਾਈਲ ਕੀਤੀ ਜਾਵੇ, ਕਿਉਂਕਿ ਨਹੀਂ ਤਾਂ ਇਹਦਾ ਉਹਨਾਂ ਨੂੰ ਲੱਗਦਾ ਖਮਿਆਜ਼ਾ 2022 ਦੀ ਇਲੈਕਸ਼ਨ 'ਚ ਭੁਗਤਣਾ ਪੈਣਾ। ਬਿਲਕੁਲ। ਦੇਖੋ ਇਲੈਕਸ਼ਨ ਦੇ ਵਿੱਚ ਕੋਈ ਹੁਣ ਗੋਡੇ ਨਹੀਂ ਰਹਿ ਗਏ, ਬਿਲਕੁਲ ਸਿਰ ਤੇ ਖੜੀ ਆ ਜਿਹੜੀ ਅਸੈਂਬਲੀ ਚੋਣਾਂ ਪੰਜਾਬ ਦੀਆਂ। ਤੇ ਕਾਂਗਰਸ ਦੇ ਅੰਦਰ ਖਾਤੇ ਪਹਿਲਾਂ ਤੁਸੀਂ ਦੇਖੋ ਨਵਜੋਤ ਸਿੱਧੂ ਹੋਰੀ, ਹੁਣ ਰਵਨੀਤ ਬਿੱਟੂ ਹੋਰੀ, ਵੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਪੇ ਮੌਕਾ ਆ ਸੰਭਲਣ ਦਾ। ਤੁਹਾਨੂੰ ਪਤਾ ਕੱਲ ਪਰਸੋਂ ਉਹਨਾਂ ਦੇ ਬਿਆਨ ਆਏ ਨੇ, ਔਰ ਹੋਰ ਲੋਕ ਜਿਹੜੇ ਪ੍ਰਤਾਪ ਬਾਜਵਾ ਹੋਰੀ ਪਹਿਲੇ ਦਿਨ ਤੋਂ ਹੀ ਵਿਰੋਧ ਕਰਦੇ ਆ, ਕਹਿ ਰਹੇ ਆ ਭਈ ਜੇ ਹੁਣ ਇਹ ਨਾ ਸੰਭਲੇ, ਜੇ ਇਹ ਕਿਸੇ ਸਿਰੇ ਨਾ ਲੱਗੀ ਜਾਂਚ ਤਾਂ ਲੋਕਾਂ ਦਾ ਭਰੋਸਾ ਅਕਾਲੀਆਂ ਤੋਂ ਤਾਂ ਉੱਠਿਆ ਸੀ, ਕਾਂਗਰਸ ਤੋਂ ਵੀ ਬਿਲਕੁਲ ਉੱਠ ਜਾਊਗਾ। ਕਿਉਂਕਿ ਇਹ ਵਾਅਦੇ ਕਰਕੇ ਇਹ ਮਤਲਬ ਸਰਕਾਰ ਬਣੀ ਸੀ ਤੇ 5 ਸਾਲ ਪੂਰੇ ਕਰਕੇ ਆਪਣਾ ਜਿਹੜੀ ਲੁੱਟ ਖੋਹ ਕਰਨੀ ਸੀ ਉਹ ਕਰਕੇ ਹੁਣ ਉਹ ਮਤਲਬ ਅਗਲੀਆਂ ਚੋਣਾਂ ਲਈ ਕੋਈ ਹੋਰ ਇਹੋ ਜਿਹਾ ਲਵਾਉਣਾ ਵਾਅਦਾ ਕਰਨਗੇ। ਪਰ ਲੋਕ ਹੁਣ ਚੇਤਨ ਆ, ਇਸ ਵੇਲੇ ਲੋਕ ਉੱਠੇ ਹੋਏ ਆ। ਬਲਬੀਰ ਸਿੰਘ ਰਾਜੇਵਾਲ ਹੋਣੀ ਪਹਿਲਾਂ ਹੀ ਕਹਿ ਚੁੱਕੇ ਆ ਭਈ ਇਹ ਜਿਹੜੇ 3 ਕਾਲੇ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਪੰਜਾਬ ਦੇ ਮੁੱਦੇ ਲੈ ਕੇ ਚੰਡੀਗੜ੍ਹ ਨੂੰ ਵੇਚਦੇ ਘੇਰਨਾ ਸੀ, ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ। ਸੋ ਇਹ ਲੋਕਾਂ ਨੂੰ ਬਹੁਤੀ ਦੇਰ ਤੱਕ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਥੋੜ੍ਹੇ ਜਿਹੇ ਲੋਕਾਂ ਨੂੰ ਥੋੜ੍ਹੇ ਸਮੇਂ ਲਈ, ਬਹੁਤ ਸਾਰੇ ਲੋਕਾਂ ਨੂੰ ਸਦਾ ਲਈ, ਪਰ ਸਾਰੇ ਲੋਕਾਂ ਨੂੰ ਸਦਾ ਲਈ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਕਿਸੇ ਦਾਨਿਸ਼ਵਰ ਨੇ ਕਿਹਾ ਹੈਗਾ। ਤੇ ਇਸ ਕਰਕੇ ਦੇਖੋ ਹੁਣ ਜੇ ਘਰਾਓ ਕਰਨ ਤੱਕ ਲੋਕ ਜਾਂਦੇ ਆ, ਜੇ ਹੁਣ 2-3 ਮਹੀਨਿਆਂ 'ਚ ਕੈਪਟਨ ਸਾਹਿਬ ਨੇ ਤਾਂ ਕਿਹਾ ਜੀ ਸੁਪਰੀਮ ਕੋਰਟ ਜਾਵਾਂਗੇ, ਤੇ ਸੁਪਰੀਮ ਕੋਰਟ ਕਿਹੜਾ ਵੀ ਅੱਜ ਦਾਖਲ ਕਰੋ ਪਟੀਸ਼ਨ ਤੇ ਅਗਲੇ ਦਿਨ ਫੈਸਲਾ ਸੁਣਾਉਂਦੀ ਆ, ਇਹਦਾ ਮਤਲਬ ਫੇਰ ਵੱਟੇ ਖਾਤੇ 'ਚ ਪੈ ਗਿਆ ਮਸਲਾ। ਸੋ ਇਹ ਸੁਝਾਅ ਮੈਨੂੰ ਵੀ ਠੀਕ ਲੱਗਦਾ ਜੇ ਕਾਂਗਰਸ ਦੇ ਅੰਦਰੋਂ ਹੀ ਉੱਠ ਰਿਹਾ ਭਈ ਘੱਟੋ ਘੱਟ ਨਵੀਂ ਟੀਮ ਬਣਾਓ, ਉਹਦਾ ਜਿਹੜਾ ਜਾਂਚ ਰਿਪੋਰਟ ਆ ਉਹ 2-3 ਮਹੀਨਿਆਂ ਦੇ ਵਿੱਚ ਹੀ ਜਿਹੜੀ ਜਨਤਕ ਕਰੋ। ਦੂਜੇ ਪਾਸੇ ਤੁਹਾਨੂੰ ਯਾਦ ਹੋਣਾ ਕੋਟਕਪੂਰਾ ਤੋਂ ਇੱਕ ਮਾਰਚ ਕੱਢਿਆ ਗਿਆ ਸੀ ਬਰਗਾੜੀ ਤੱਕ, ਜਦੋਂ ਬਰਗਾੜੀ ਮੋਰਚਾ ਚੱਲਦਾ ਸੀ ਜੀ। 12 ਤੋਂ 14 ਲੱਖ ਲੋਕਾਂ ਦੀ ਉਹਦੇ 'ਚ ਸ਼ਮੂਲੀਅਤ ਸੀ। ਬਿਲਕੁਲ।
ਤੇ ਹੁਣ ਉਹਨਾਂ ਨੂੰ ਇਹ ਵੀ ਡਰ ਲੱਗਦਾ, ਮੈਨੂੰ ਲੱਗਦਾ ਤੇ ਕਾਂਗਰਸ ਇਹ ਨੂੰ ਲੋਕ ਦੁਬਾਰਾ ਮੁੜ ਕੇ ਲਾਮਬੰਦੀ ਹੋ ਜਾਏ। ਬਿਲਕੁਲ। ਦੂਸਰਾ, ਜਦੋਂ ਧਿਆਨ ਸਿੰਘ ਮੰਡ ਹੋਰੀ ਮਤਵਾਜੀ ਜਥੇਦਾਰ ਉੱਥੇ ਧਰਨੇ ਲਾ ਕੇ ਬੈਠੇ ਸੀ, ਬਿਲਕੁਲ, ਉਦੋਂ ਤ੍ਰਿਪਤ ਰਜਿੰਦਰ ਬਾਜਵੇ ਹੋਰੀ ਜਾਂ ਹੋਰ ਜਿਹੜੇ ਮੰਤਰੀ ਗਏ ਸੀਗੇ, ਉਹਨਾਂ ਨੂੰ ਮਨਾਇਆ ਵੀ, ਉਠਾਇਆ ਵੀ। ਹੁਣ ਉਹਨਾਂ ਜਥੇਦਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਇਹਨਾਂ ਮੰਤਰੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ, ਤੇ ਰਲ ਮਿਲ ਕੇ ਕਿਸੇ ਸਿਰੇ ਲਾਉਣੀ ਚਾਹੀਦੀ ਹੈ ਇਹ ਜਾਂਚ ਜਿਹੜੀ ਆ। ਜੀ ਜੀ। ਅੱਛਾ, ਥੋੜਾ ਜਿਹਾ ਆਪਾਂ ਮੋਰਚੇ ਦੀ ਦੂਸਰੇ ਦੀ ਵੀ ਗੱਲ ਕਰ ਲਈਏ, ਕਿਸਾਨ ਮੋਰਚਾ। ਹਾਂਜੀ। ਕੱਲ ਉੱਥੇ ਅੱਗਾਂ ਲੱਗੀਆਂ ਨਹੀਂ, ਲਾਈਆਂ ਗਈਆਂ, ਇਹ ਤਾਂ ਕਨਫਰਮ ਹੋ ਗਿਆ 3 ਅਲੱਗ-ਅਲੱਗ ਥਾਵਾਂ ਤੇ। ਜੀ। ਇਹ ਕਿਵੇਂ ਦੇਖਦੇ ਹੋ? ਦਿਨ ਦਿਹਾੜੇ ਉੱਥੇ ਲੋਕੀ ਉਹ ਤੰਬੂਆਂ ਨੂੰ ਅੱਗ ਲਾਈ ਜਾ ਰਹੇ ਆ। ਦੇਖੋ, ਜਦੋਂ ਸਰਕਾਰਾਂ ਜਿਹੜੀਆਂ ਆ ਨਾ, ਉਹ ਜਿਹੜੇ ਉਪੱਦਰੀ ਲੋਕ ਆ, ਉਹਨਾਂ ਦੀ ਪਿੱਠ ਥਾਪੜਦੀਆਂ ਹੋਣ ਤਾਂ ਅਜਿਹਾ ਸੰਭਵ ਹੁੰਦਾ ਹੈ। ਉਹ ਸ਼ਰਾਰਤੀ ਅਨਸਰ ਨੇ, ਅੱਗ ਲਾਉਣ ਵਾਲੇ। 3 ਥਾਵਾਂ ਤੇ ਸਿੰਘੂ ਬਾਰਡਰ ਤੇ ਅੱਗ ਲੱਗਦੀ ਆ, ਔਰ ਪਹਿਲੇ ਦਿਨ ਤੋਂ ਹੀ ਜਿਵੇਂ ਆਪਾਂ ਦੇਖਦੇ ਹਾਂ ਭਈ, ਚਾਹੇ ਉਹ ਸੜਕਾਂ ਤੇ ਖੱਡੇ ਪੁੱਟਣ ਵਾਲੀ ਗੱਲ ਹੋਵੇ, ਚਾਹੇ ਉਹ ਪੁੱਠੇ ਕਿੱਲ ਲਾਉਣ ਵਾਲੀ ਗੱਲ ਹੋਵੇ, ਚਾਹੇ ਉਹ ਪਾਣੀ ਦੀਆਂ ਜਿਹੜੀਆਂ ਜਲ ਤੋਪਾਂ ਛੱਡਣ ਵਾਲੀ ਗੱਲ ਹੋਵੇ, ਚਾਹੇ ਉਹ ਲਾਠੀ ਗੋਲੀ ਚੱਲਣ ਵਾਲੀ ਗੱਲ ਹੋਵੇ, ਵੀ ਜਦੋਂ ਤੋਂ 26 ਨਵੰਬਰ ਤੋਂ ਲੈ ਕੇ ਹੁਣ ਅਪ੍ਰੈਲ ਜਿਹੜਾ ਅੱਧਾ ਲੰਘ ਗਿਆ, ਸਰਕਾਰ ਹਰ ਹੀਲੇ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਆ, ਤਾਂ ਭੜਕਾਉਣਾ ਚਾਹੁੰਦੀ ਆ। ਕਦੀ ਤੁਸੀਂ ਦੇਖੋ, ਕੱਲ ਪਰਸੋਂ ਖਬਰ ਆਈ ਸੀ ਜੀ ਵੀ ਨਿਹੰਗ ਸਿੰਘ ਨੇ ਹਮਲਾ ਕਰ ਦਿੱਤਾ ਜੀ ਨੌਜਵਾਨ ਤੇ, ਹੈ ਨਾ। ਸੋ ਇਹ ਸਾਰਾ ਕੁਛ ਪਲਾਂਟਡ ਹੈਗਾ ਸਰਕਾਰ ਵੱਲੋਂ। ਤੇ ਇੱਕ ਮੈਂ ਹੋਰ ਦੱਸ ਦੇਣਾ ਚਾਹੁੰਦਾ ਆਪਣੇ ਟੀਵੀ ਵਿਊਅਰਸ ਲਈ, ਸਾਡੇ ਪੰਜਾਬ ਮੇਲ USA ਦੇ ਦਰਸ਼ਕਾਂ ਨੂੰ ਮੈਂ ਇੱਕ ਹੋਰ ਅੱਜ ਇਹ ਗੱਲ ਖੋਲ੍ਹ ਕੇ ਦੱਸਣੀ ਚਾਹੁੰਦਾ ਵੀ ਰਾਤ ਕੁਝ ਅਖਬਾਰਾਂ 'ਚ ਬਹੁਤ ਲੇਟ ਇੱਕ ਖਬਰ ਆਈ ਪਈ, ਇਹ ਸਿੰਘੂ ਟਿਕਰੀ ਗਾਜ਼ੀਆਬਾਦ ਬਾਰਡਰ 'ਤੇ ਜਿੱਥੇ ਕਿਸਾਨ ਅੰਦੋਲਨ ਕਰ ਰਹੇ ਆ, ਮੱਲ ਕੇ ਬੈਠੇ ਆ ਦਿੱਲੀ ਦੀਆਂ ਸਰਹੱਦਾਂ, ਉੱਥੇ ਆਪਰੇਸ਼ਨ ਕਲੀਨ ਦੇ ਨਾਂ ਹੇਠ ਉਹਨਾਂ ਨੂੰ ਖੰਡਾ ਸਕਦੀ ਆ, ਗ੍ਰਿਫਤਾਰੀਆਂ ਕਰ ਸਕਦੀ ਆ ਤੇ ਤਿੱਤਰ ਬਿੱਤਰ ਕਰ ਸਕਦੀ ਆ। ਇਹ ਕਿਹਾ ਗਿਆ ਭਈ ਜਿਹੜੇ ਗ੍ਰਹਿ ਮੰਤਰੀ ਨੇ ਸਾਡੇ ਅਮਿਤ ਸ਼ਾਹ, ਉਹਨਾਂ ਦੀ ਅਗਵਾਈ ਦੇ ਵਿੱਚ ਪੁਲਿਸ ਇਹ ਸਾਰਾ ਕੁਝ ਕਰੂਗੀ, ਤੇ ਉਹ ਪੈਰਾਮਿਲਟਰੀ ਫੋਰਸਿਸ ਵੀ, ਨੀਮ ਫੌਜੀ ਬਲ ਵੀ ਲਾ ਸਕਦੇ ਆ, ਔਰ ਹਵਾਈ ਸਰਵੇਖਣ ਡਰੋਨ ਰਾਹੀਂ ਆਲਰੇਡੀ ਕੀਤਾ ਜਾ ਚੁੱਕਾ ਭਈ ਕਰੋਨਾ ਦੇ ਨਾਂ ਤੇ। ਵੀ ਦੇਖੋ ਜੀ, ਇਹ ਕਰੋਨਾ ਇੱਥੋਂ ਫੈਲ ਰਹੀ ਆ ਤੇ ਅਸੀਂ ਤਾਂ ਇਹਨਾਂ ਨੂੰ ਕਰੋਨਾ ਤੋਂ ਬਚਾਉਣਾ ਚਾਹੁੰਦੇ ਆ, ਤਾਂ ਉਹਨਾਂ ਨੂੰ ਕੋਈ ਬਦਲਵੀਂ ਥਾਂ ਦਿੱਤੀ ਜਾਊਗੀ। ਬਦਲਵੀਂ ਥਾਂ ਕੋਈ ਕਿਸੇ ਨੇ ਨਹੀਂ ਦੇਣੀ। ਇਹ ਹੁਣ ਕਰੋਨਾ ਦੀ ਆੜ ਹੇਠ ਇਹ ਸਾਰਾ ਕੁਝ ਕਰਨਾ ਚਾਹੁੰਦੀ ਆ। ਨਹੀਂ ਤੇ ਜਿਹੜਾ ਵੈਸਟ ਬੰਗਾਲ ਦੇ ਵਿੱਚ ਰੈਲੀਆਂ ਕਰਦੇ ਆ, ਕੋਈ ਮਾਸਕ ਨਹੀਂ ਪਾਇਆ, ਅਮਿਤ ਸ਼ਾਹ ਦੀ 50 ਜਗ੍ਹਾ ਤੇ ਫੋਟੋ ਹੈ ਜੀ, ਪ੍ਰਧਾਨ ਮੰਤਰੀ ਹੁਣਾਂ ਦੀ 50 ਜਗ੍ਹਾ ਤੇ ਫੋਟੋ ਹੈ, ਬਿਨਾਂ ਮਾਸਕ ਤੋਂ ਉਹਨਾਂ ਦੀ ਭੀੜ ਇਕੱਠੀ ਹੋਈ ਆ, ਉੱਥੇ ਕਰੋਨਾ। ਆਪਾਂ ਇਹ ਤਾਂ ਗੱਲ ਹੁਣ ਸਾਰਾ ਦੇਸ਼ ਸਮਝਣ ਲੱਗ ਪਿਆ ਵੀ ਕਰੋਨਾ ਦੀ ਆੜ ਦੇ ਵਿੱਚ ਸਿਆਸਤ ਹੋ ਰਹੀ ਆ। ਭਈ ਹੁਣ ਕੁੰਭ ਦਾ ਮੇਲਾ ਹੋ ਕੇ, ਉਹ ਤਾਂ ਕੁਛ ਅਖਾੜਿਆਂ ਨੇ ਪਹਿਲਾਂ ਹੀ ਜਿਹੜਾ ਕੁੰਭ ਇਸ਼ਨਾਨ ਬੰਦ ਕਰ ਦਿੱਤਾ, ਕਿਉਂਕਿ ਉੱਥੇ ਲੋਕ ਮਰਨੇ ਸ਼ੁਰੂ ਹੋ ਗਏ। ਉੱਥੇ ਜਿਹੜੇ ਅਖਾੜਿਆਂ ਦੇ ਮੁਖੀ ਬਿਮਾਰ ਹੋਏ ਆ ਖੁਦ, ਹੈ ਨਾ। ਸੋ ਉੱਥੇ ਵੀ 2 ਤਰ੍ਹਾਂ ਦੇ ਬਿਆਨ ਆ ਰਹੇ ਆ। ਇੱਕ ਬੰਨੇ ਤੁਸੀਂ ਦੇਖੋ ਜਿਹੜੇ ਰਾਵਤ ਨੇ, ਉੱਤਰਾਖੰਡ ਦੇ ਮੁੱਖ ਮੰਤਰੀ, ਉਹ ਕਹਿੰਦੇ ਜੀ ਵੀ ਇਹ ਜਿਹੜਾ ਕੁੰਭ ਇਸ਼ਨਾਨ ਆ, ਇਹਦਾ ਜਿਹੜੇ ਮਰਕਜ਼ੀ ਲੋਕ ਸੀ ਤਬਲੀਗੀ ਦਿੱਲੀ ਦੇ ਵਿੱਚ, ਵੀ ਉਹਦੇ ਨਾਲ ਕੋਈ ਸੰਬੰਧ ਨਹੀਂ। ਬਹੁਤ ਬਦਨਾਮ ਕੀਤਾ ਗਿਆ ਸੀ ਉਹਨਾਂ ਨੂੰ, ਔਰ ਤਬਲੀਗੀਆਂ ਨੂੰ ਕਿੰਨਾ ਬਦਨਾਮ ਕੀਤਾ ਗਿਆ। ਕਹਿੰਦੇ ਸੀ ਕਰੋਨਾ ਜਹਾਦ ਕਰਕੇ ਭਾਰਤ ਨੂੰ ਕਰਨਾ ਚਾਹੁੰਦੇ ਆ, ਤੇ ਕੇਸ ਦਰਜ ਹੋਏ, ਅਦਾਲਤਾਂ ਨੇ ਉਹਨਾਂ ਨੂੰ ਬਰੀ ਕੀਤਾ ਵੀ ਇਹਨਾਂ ਲੋਕਾਂ ਦਾ ਕੋਈ ਰੋਲ ਨਹੀਂ ਕਰੋਨਾ ਫੜਾਉਣ। ਸੋ ਕੁੰਭ ਇਸ਼ਨਾਨ ਲਈ ਲੋਕ ਲੱਖਾਂ ਦੀ ਗਿਣਤੀ 'ਚ ਇਕੱਠੇ ਹੋ ਸਕਦੇ ਆ। ਤਬਲੀਗੀ ਜਿਹੜੇ ਕੁਛ ਹਜ਼ਾਰ ਸੀ, ਉਹਨਾਂ ਨੂੰ ਮੀਡੀਆ ਰਾਹੀਂ ਬਦਨਾਮ ਕਰਨ 'ਚ ਕੋਈ ਸਾਡੀ ਸਰਕਾਰ ਨੇ, ਕੇਂਦਰ ਸਰਕਾਰ ਨੇ ਕਸਰ ਨਹੀਂ ਛੱਡੀ। ਸੋ ਇਹ ਦੋਹਰੇ ਮਾਪਦੰਡ, ਤੇਜਪਾਲ ਜੀ, ਮੈਂ ਤਾਂ ਸੋਚਦਾ ਵੀ ਸਾਡੇ ਦੇਸ਼ ਦਾ ਬਣਨਾ ਕੀ ਆ। ਤਰਲੋਕ ਵੀਰ ਹੋਰੀ ਨਿਊਯਾਰਕ ਵਸਦੇ ਨੇ, ਕਵੀ ਨੇ ਤਰਲੋਕ ਵੀਰ ਜੀ, ਪੰਜਾਬੀ 'ਚ ਬਹੁਤ ਵਧੀਆ ਲਿਖਦੇ ਆ। ਉਹ ਕੱਲ ਪਰਸੋਂ ਉਹਨਾਂ ਦਾ ਫੋਨ ਆਉਂਦਾ ਵੀ ਯਾਰ ਮੈਂ ਤਾਂ ਸਾਡੇ ਦੇਸ਼ ਪੰਜਾਬ ਦੇ ਵਿੱਚ ਕਹਿੰਦੇ ਜੋ ਹੋਇਆ ਵੀ ਮੇਰਾ ਤਾਂ ਜਿਹੜਾ ਆ ਵੀ ਮੈਂ ਤਾਂ ਡਿਪਰੈਸ਼ਨ 'ਚ ਜਾਣ ਨੂੰ ਫਿਰਦਾ ਵੀ ਸਾਡਾ ਬਣਨਾ ਕੀ ਆ। ਵੀ ਸਭ ਤੋਂ ਖੁਸ਼ਹਾਲ ਸੂਬੇ ਜਿਹੜੇ ਆ ਹਰਿਆਣਾ, ਪੰਜਾਬ, ਉੱਤਰੀ ਭਾਰਤ ਦੇ ਜਿਹੜਾ ਸਾਰਾ ਖਿੱਤਾ, ਤੇ ਇਹਨੂੰ ਉਜਾੜਨ ਤੇ ਕਿੱਦਾਂ ਸਾਡੀਆਂ ਸਰਕਾਰਾਂ ਤੁਲੀਆਂ ਹੋਈਆਂ ਹੈਗੀਆਂ। ਸੋ ਜਿੱਥੇ ਜਿੱਥੇ ਵੀ ਕੋਈ ਰੌਸ਼ਨ ਦਿਮਾਗ ਬੰਦਾ ਬੈਠਾ, ਉਹ ਫਿਕਰਮੰਦੀ ਜ਼ਾਹਰ ਕਰ ਰਿਹਾ, ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ, ਕੱਲਾ ਪੰਜਾਬੀ ਨਹੀਂ, ਕੱਲੇ ਹਿੰਦੁਸਤਾਨੀ ਨਹੀਂ, ਜਿਹੜੇ ਹੋਰ ਦੁਨੀਆ ਦੇ ਦਾਨਿਸ਼ਵਰ ਆ, ਉਹ ਲੋਕ ਵੀ ਇਸ ਸਾਡੇ ਜਿਹੜਾ ਕਰੰਟ ਮੁੱਦਾ ਹੈਗਾ, ਅੰਦੋਲਨ ਆ, ਉਹਦੇ ਬਾਰੇ ਗੰਭੀਰਤਾ ਨਾਲ ਸੋਚ ਰਹੀ ਆ। ਪਰ ਸੋਚ ਸਿਰਫ ਸਾਡੀ ਸਰਕਾਰ ਨਹੀਂ ਰਹੀ, ਉਹਦੇ ਕੰਨਾਂ ਤੇ ਇੰਨੇ ਮਹੀਨਿਆਂ ਦੌਰਾਨ ਵੀ ਕੋਈ ਜੂਨ ਨਹੀਂ ਸਰਕੀ। ਨਹੀਂ, ਇੱਥੇ
ਇੱਥੇ ਇਹ ਕਹਿ ਰਹੇ ਆ ਵੀ ਕਰੋਨਾ ਜੀ ਲਖਨਊ ਦੀ ਇੱਕ ਵੀਡੀਓ ਆਈ ਹੈ ਜੀ ਜਿਹਦੇ ਵਿੱਚ ਇੱਕ ਸ਼ਮਸ਼ਾਨ ਘਾਟ 'ਚ ਇੱਕ ਟਾਈਮ ਦੇ ਉੱਤੇ 80 ਲਾਸ਼ਾਂ ਜਿਹੜੀਆਂ ਇਹਦੀ ਸੰਸਕਾਰ ਕੀਤੇ। ਉੱਥੇ ਕਿਹੜਾ ਅੰਦੋਲਨ ਚੱਲਦਾ ਪਿਆ ਲਖਨਊ ਦੇ ਵਿੱਚ? ਜੀ ਇਹ ਇਹਨਾਂ ਦੇ ਆਪਣਾ ਜਿਹੜਾ ਚੀਫ ਮਿਨਿਸਟਰ ਨੇ ਯੂਪੀ ਦੇ, ਜੀ। ਉਹ ਜਾ ਕੇ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਸੀ, ਯੋਗੀ ਆਦਿੱਤਿਆਨਾਥ ਜੀ ਹਨਾ, ਰੈਲੀਆਂ ਕਰ ਰਹੇ ਸੀਗੇ, ਜਦ ਕਿ ਉਹਨਾਂ ਦਾ ਪਤਾ ਸੀ ਵੀ ਉਹ ਕਰੋਨਾ ਪੋਜ਼ਿਟਿਵ ਹੋ ਸਕਦੇ, ਕਿਉਂਕਿ ਉਹਨਾਂ ਦੇ ਨਾਲ ਦੇ ਇੱਕ ਬੰਦੇ ਨੂੰ ਕਰੋਨਾ ਪੋਜ਼ਿਟਿਵ ਸੀਗਾ, ਬਿਲਕੁਲ, ਹਨਾ। ਤੇ ਹੁਣ ਕੀ ਕੀਤਾ ਵੀ ਪ੍ਰੈਸ ਰਿਪੋਰਟਰ ਉਸ ਸ਼ਮਸ਼ਾਨ ਘਾਟ ਦੀਆਂ ਫੋਟੋਆਂ ਨਾ ਲੈ ਸਕਣ, ਉਹਨੂੰ ਉੱਚੀਆਂ ਜਿਹੜੀਆਂ ਟੀਨ ਦੀਆਂ ਸ਼ੀਟਾਂ ਉਹਦੇ ਨਾਲ ਕਵਰ ਕਰ ਦਿੱਤਾ। ਮਤਲਬ ਇਹ ਕਿਹੋ ਜਿਹਾ ਤਮਾਸ਼ਾ ਚੱਲ ਰਿਹਾ ਦੇਸ਼ ਦੇ ਵਿੱਚ? ਕਰੋਨਾ ਦੇ ਨਾਂ ਤੇ ਤੁਸੀਂ ਕਿਸਾਨਾਂ ਦੇ ਖਿਲਾਫ, ਤੁਸੀਂ ਹੋਰਾਂ ਦੇ ਖਿਲਾਫ ਕਰ ਰਹੇ ਹੋ, ਆਪਣੀਆਂ ਰੈਲੀਆਂ ਤੁਸੀਂ ਕਿਉਂ ਨਹੀਂ ਬੰਦ ਕਰ ਰਹੇ? ਜੀ ਪਰ ਦੇਖੋ, ਜੇ ਇਹ ਜ਼ਬਰਦਸਤੀ ਉੱਥੋਂ ਉਠਾਉਣਗੇ ਤਾਂ ਉਹਦੇ ਨਾਲ ਹਾਲਾਤ ਜਿਹੜੇ ਆ ਨਾ ਦੇਸ਼ਪਾਲ ਜੀ ਵਿਗੜਨਗੇ। ਤੇ ਇਹ ਮੈਨੂੰ ਲੱਗਦਾ ਵੀ ਜਿੱਦਾਂ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਜੀ, ਇਹ ਜਿਹੜਾ ਮਿਹਨਤਕਸ਼ ਵਰਗ ਉੱਥੇ ਬੈਠਾ ਨਾ ਦਿੱਲੀ ਦੀਆਂ ਬਰੂਹਾਂ ਮੱਲ ਕੇ, ਇਹ ਇਦਾਂ ਦੀਆਂ ਗਿੱਦੜ ਭਬਕੀਆਂ ਤੋਂ ਤੇ ਸਰਕਾਰ ਅੱਗੇ ਝੁਕਣ ਵਾਲੇ ਲੋਕ ਨਹੀਂਗੇ। ਇਹ ਅੰਦੋਲਨ ਨੂੰ ਕਿਸੇ ਸਿਰੇ ਲਾ ਕੇ ਹੀ ਪਿੱਛੇ ਹਟਣਗੇ, ਪਿੱਛੇ ਮੁੜਨਗੇ ਘਰਾਂ ਨੂੰ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਵੱਲ। ਸੱਤੀ ਸਾਹਿਬ ਜੀ, ਸਮਾਜ 'ਚ ਪਾੜ ਪਾਉਣੇ ਜਿਹੜੇ ਆ ਉਹ ਸਿਆਸੀ ਪਾਰਟੀਆਂ ਦਾ ਪਹਿਲਾ ਕੰਮ ਆ। ਮੇਰੇ ਹਿਸਾਬ ਨਾਲ ਜੇ ਸਮਾਜ 'ਚ ਪਾੜੇ ਨਾ ਪਾਉਣ ਤੇ ਇਹ ਜਿਹੜੀ ਸਿਆਸਤ ਭਾਰਤ 'ਚ ਚੱਲਦੀ ਹੈ, ਇਹਨਾਂ 'ਚੋਂ ਕੋਈ ਵੀ ਸਿਆਸੀ ਇੱਥੇ ਦਿਸੇ ਨਾ ਜੀ। ਇਹਨਾਂ ਦੀ ਕਾਮਯਾਬੀ ਇਹੀ ਹੈ ਵੀ ਸਮਾਜ 'ਚ ਪਾੜ ਪਾ ਦਿਓ। ਡਿਵਾਈਡ ਐਂਡ ਰੂਲ ਅੰਗਰੇਜ਼ਾਂ ਨੇ ਉਹਨਾਂ ਨਹੀਂ ਵਰਤਿਆ ਜਿੰਨਾ ਇਹ ਨਹੀਂ ਵਰਤਿਆ। ਪਾੜੋ ਤੇ ਰਾਜ ਕਰੋ। ਜੀ। ਹੁਣ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਜੀ। ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਰਹਿਨੁਮਾ ਨੇ, ਉਹਨਾਂ ਦਾ ਬਿਆਨ ਆਉਂਦਾ ਹੈ ਕਿ ਜੇ ਅਕਾਲੀਆਂ ਦੀ ਸਰਕਾਰ 2022 'ਚ ਬਣਦੀ ਹੈ ਤੇ ਡਿਪਟੀ CM ਜਿਹੜੇ ਨੇ ਉਹ ਦਲਿਤ ਸਮਾਜ 'ਚੋਂ ਲਿਆ ਜਾਊਗਾ। ਮਤਲਬ ਉਹ CM ਆਪਣੇ ਆਪ ਨੂੰ ਮੰਨਦੇ ਨੇ। ਉਸ ਤੋਂ ਬਾਅਦ BJP ਵਾਲੇ ਕਹਿੰਦੇ ਅਸੀਂ CM ਹੀ ਦਲਿਤ ਬਣਾ ਦੇਣਾ। ਫਿਰ ਕੈਪਟਨ ਸਾਹਿਬ ਕਹਿੰਦੇ ਮੈਂ ਤਾਂ 30% ਜਿਹੜਾ ਆਪਣੇ ਫੰਡਸ ਹੈਗੇ ਆ ਉਹ ਸਾਰੇ ਦਲਿਤ ਕਲਿਆਣ ਲਈ ਰੱਖ ਲੈਣੇ ਆ। ਬਿਲਕੁਲ ਜੀ। ਇਹਨਾਂ ਸਾਰਿਆਂ ਨੂੰ ਪੁੱਛਿਆ ਜਾਵੇ ਵੀ ਪਿਛਲੇ 5 ਸਾਲ 10 ਸਾਲ 15 ਸਾਲ 20 ਸਾਲ ਜਿੰਨੇ ਸਾਲ ਤੁਸੀਂ ਰਾਜ ਕਰਦਿਆਂ ਹੋ ਗਏ ਤੁਹਾਨੂੰ, ਉਦੋਂ ਕਿੱਥੇ ਸੀ? ਉਦੋਂ ਦਲਿਤ ਕਲਿਆਣ ਦਾ ਤੁਹਾਨੂੰ ਖਿਆਲ ਕਿਉਂ ਨਹੀਂ ਆਇਆ? ਤੇ ਹੁਣ ਇਹ ਫੰਡਸ ਵੀ ਕਿੱਥੋਂ ਆ ਗਏ ਤੇ ਹੁਣ ਇਹ ਸੋਚ ਕਿੱਥੋਂ ਆ ਗਈ ਤੁਹਾਨੂੰ? ਤੇਜਪਾਲ ਜੀ, ਗੱਲ ਇਉਂ ਆ ਭਈ ਐਤਕੀ ਚੋਣਾਂ ਦੇ ਵਿੱਚ ਦਲਿਤ ਪੱਤਾ ਖੇਡ ਰਹੀਆਂ ਸਾਰੀਆਂ ਪਾਰਟੀਆਂ, ਚਾਹੇ ਉਹ ਆਪ ਆ, ਚਾਹੇ ਅਕਾਲੀ ਦਲ ਆ, ਚਾਹੇ ਭਾਜਪਾ ਤੇ ਚਾਹੇ ਕਾਂਗਰਸ ਆ। ਕਾਂਗਰਸ ਨੇ ਵੀ ਪਹਿਲਾਂ ਤੋਂ ਬੜੇ ਮਤਲਬ ਲੁਭਾਵਣੇ ਜਿਹੜੇ ਆ ਨਾਅਰੇ ਦਿੰਦੀ ਰਹੀ ਆ। ਗਰੀਬੀ ਹਟਾਓ, ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਉਂਦੇ ਰਹੇ ਆ ਜੀ। ਇਸੇ ਤਰ੍ਹਾਂ ਬੇਰੁਜ਼ਗਾਰੀ ਹਟਾ ਦਿਆਂਗੇ, ਬੇਰੁਜ਼ਗਾਰੀ ਦੇ ਨਾਂ ਤੇ, ਗਰੀਬੀ ਹਟਾਉਣ ਦੇ ਨਾਂ ਤੇ, ਕਿਸਾਨਾਂ ਦੇ ਨਾਂ ਤੇ, ਜਵਾਨਾਂ ਦੇ ਨਾਂ ਤੇ ਇਹੋ ਜਿਹੇ ਲੁਭਾਵਣੇ ਜਿਹੜੇ ਆ ਸਲੋਗਨ ਨਾਅਰੇ ਦਿੰਦੇ ਰਹੇ ਆ। ਬਿਲਕੁਲ ਇਸੇ ਤਰ੍ਹਾਂ ਹੁਣ ਤਾਜ਼ਾ ਪੱਤਾ ਖੇਡਿਆ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ, ਜਿਵੇਂ ਤੁਸੀਂ ਦੱਸਿਆ ਵੀ ਅਸੀਂ ਜੀ ਡਿਪਟੀ ਚੀਫ ਮਿਨਿਸਟਰ ਦਲਿਤ ਬਣਾਵਾਂਗੇ। ਬਿਲਕੁਲ। ਕੀ ਗੱਲ, ਦਲਿਤ ਚੀਫ ਮਿਨਿਸਟਰ ਕਿਉਂ ਨਹੀਂ ਬਣ ਸਕਦਾ? ਜੀ। ਪਹਿਲੀ ਗੱਲ, ਅਕਾਲੀ ਦਲ ਜਿਹੜਾ ਉਹ ਗੁਰੂ ਮਹਾਰਾਜ ਦੇ ਆਸ਼ਿਆਂ ਅਨੁਸਾਰ ਇੱਕ ਪਾਰਟੀ ਆ, ਠੀਕ ਆ। ਬੜੀ ਜਦੋਜਹਿਦ ਤੋਂ ਬਾਅਦ ਇਹ ਪਾਰਟੀ ਹੋਂਦ ਦੇ ਵਿੱਚ ਆਉਂਦੀ ਆ ਤੇ ਟੋਏ ਟਿੱਬੇ ਢਾਹ ਕੇ, ਪੱਧਰ ਕਰਕੇ, ਜਾਤਾਂ ਪਾਤਾਂ ਦੇ ਪਾੜੇ ਮਿਟਾ ਕੇ। ਪਹਿਲੀ ਗੱਲ ਤਾਂ ਅਕਾਲੀ ਦਲ ਦੇ ਵਿੱਚ ਜੇ ਦਲਿਤ ਵਿੰਗ ਹੈ, ਬੈਕਵਰਡ ਕਲਾਸਿਸ ਨੇ, ਆਹ ਜੀ ਜਿਹੜਾ ਸ਼ਡਿਊਲਡ ਕਾਸਟ ਵਿੰਗ ਆ, ਇਹ ਵਿੰਗ ਕਿਉਂ ਖੜੇ ਕੀਤੇ ਹੋਏ ਆ? ਬਿਲਕੁਲ। ਜਿਹੜੀ ਧਰਮ ਨਿਰਪੱਖ ਪਾਰਟੀ ਆ, ਜਿਹੜੀ ਊਚ ਨੀਚ ਨੂੰ ਨਹੀਂ ਮੰਨਦੀ, ਜਾਤਾਂ ਪਾਤਾਂ ਨੂੰ ਨਹੀਂ ਮੰਨਦੀ, ਉਹਦੇ ਵਿੱਚ ਇਹਦਾ ਮਤਲਬ ਵੀ ਰਾਜ ਜਿਹੜਾ ਉਹ ਉੱਪਰਲੀਆਂ ਜਮਾਤਾਂ ਹੀ ਕਰਨਗੀਆਂ, ਚਾਹੇ ਉਹ ਬ੍ਰਾਹਮਣ ਜਮਾਤ ਆ ਤੇ ਚਾਹੇ ਉਹ ਜੱਟ ਸਿੱਖ ਨੇ। ਸੋ ਹੇਠਲੇ ਜਿਹੜੇ ਆ ਮਤਲਬ ਜਿਹੜੇ ਨਿਮਨ ਵਰਗ ਦੇ ਲੋਕ ਆ, ਜਿਹੜੇ ਠੱਠੀਆਂ ਵਾਲੇ ਲੋਕ ਆ, ਉਹ ਕਦੀ ਮੁੱਖ ਮੰਤਰੀ ਨਹੀਂ ਬਣਨਗੇ। ਉਹ ਅਹੁਦਾ ਆਪਣੇ ਲਈ ਰਾਖਵਾਂ ਹੋ ਗਿਆ। ਬਿਲਕੁਲ। ਪਹਿਲੀ ਗੱਲ ਤਾਂ ਇੱਥੇ ਵਿਰੋਧ ਹੋਣਾ ਚਾਹੀਦਾ।
ਦੂਸਰੀ ਗੱਲ, ਜਿਨ੍ਹਾਂ ਲੋਕਾਂ ਨੂੰ ਇਹ ਆਪਣੇ ਨਾਲ ਜੋੜ ਰਹੀ ਹੈ, ਪੰਜਾਬ ਦੇ ਵਿੱਚ ਦੁਆਬਾ ਜਿਹੜਾ ਆ ਸਭ ਤੋਂ ਵੱਧ ਦਲਿਤ ਕਮਿਊਨਿਟੀ ਉੱਥੇ ਡੋਮੀਨੇਟ ਕਰਦੀ ਆ, ਹੈ ਨਾ। ਬਿਲਕੁਲ। ਉਹ ਮੰਤਰੀ ਦਾ ਬਣ ਗਿਆ, ਚੌਧਰੀਆਂ ਦਾ ਪਰਿਵਾਰ ਬਣ ਗਿਆ, ਕੋਈ ਹੋਰ ਬਣ ਗਿਆ, ਕਦੀ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਨਹੀਂ ਬਣੇ। ਹੁਣ ਪਵਨ ਕੁਮਾਰ ਟੀਨੂ ਹੋਰੀ ਹੈਗੇ ਸਾਡੇ ਕੋਲ, ਸੋਮ ਪ੍ਰਕਾਸ਼ ਇੱਕ ਸਾਬਕਾ IAS ਅਫਸਰ ਨੇ, ਸਾਂਪਲਾ ਸਾਹਿਬ ਨੇ, ਸਾਂਪਲਾ ਸਾਹਿਬ ਉਧਰ ਆਪਣੇ ਜਿਹੜੇ ਰਜੇਸ਼ ਬਾਘੇ ਹੋਰੀ ਹੋ ਗਏ, ਉਹ ਭਾਜਪਾ ਵੱਲੋਂ ਚੱਲ ਗਏ, ਠੀਕ ਹੈ। ਟੀਨੂ ਹੋਰੀ, ਪਹਿਲਾਂ ਕੈਂਥ ਹੋਰੀ, ਲਾਖੇ ਹੋਰੀ, ਇਹਨਾਂ ਸਾਰਿਆਂ ਨੂੰ ਜਾਣੀ ਕਿ ਅਕਾਲੀ ਦਲ ਜਿਹੜਾ ਆ ਉਹ ਇਧਰੋਂ ਹਟਾ ਕੇ ਇਹ ਸਾਰੇ DS4 ਤੇ ਬਸਪਾ ਦੇ ਲੋਕ ਸੀਗੇ ਕਦੀ, ਬਿਲਕੁਲ, ਤੇ ਪਹਿਲਾਂ ਉਧਰੋਂ ਐਕਸਪਲੋਇਟ ਕਰਦੇ ਰਹੇ ਆਪਣੀ ਕਮਿਊਨਿਟੀ ਨੂੰ, ਹੁਣ ਅਕਾਲੀਆਂ ਚ ਰਲ ਗਏ। ਇਹਨਾਂ ਨੇ ਆਪਣੀ ਕਮਿਊਨਿਟੀ ਲਈ ਕੀਤਾ ਕੀ? ਕੁਝ ਵੀ ਨਹੀਂ ਕੀਤਾ ਸਿਵਾਏ ਵੋਟਾਂ ਲੈਣ ਤੋਂ ਉਕਸਾ ਕੇ ਵੋਟਾਂ, ਠੀਕ ਹੈ। ਸੋ ਅਕਾਲੀ ਦਲ ਨੂੰ ਪਹਿਲਾਂ ਤਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ, ਪੀੜੀ ਹੇਠ ਸੁੱਟਾ ਫਿਰੇ ਪਈ। ਗੁਰੂ ਮਹਾਰਾਜ ਨੇ ਜਾਤਾਂ ਦੀਆਂ ਜਿਹੜੀਆਂ ਵੰਡੀਆਂ ਖਤਮ ਕੀਤੀਆਂ ਸੀ, ਤੁਸੀਂ ਅਜੇ ਵੀ ਆਪਣੇ ਬੈਕਵਰਡ ਕਲਾਸਿਸ ਦੇ ਤੇ ਸ਼ਡਿਊਲ ਕਾਸਟ ਦੇ ਵਿੰਗ ਬਣਾਏ ਹੋਏ ਆ, ਹੈ ਨਾ। ਕਿਉਂ ਨਹੀਂ ਸਾਰਿਆਂ ਨੂੰ ਬਰਾਬਰ ਲਿਆਉਂਦੇ? ਕਿਉਂ ਨਹੀਂ ਇੱਕ ਸ਼ਡਿਊਲ ਕਾਸਟ ਜਿਹੜਾ ਉਹ ਸੂਬੇ ਦਾ ਮੁੱਖ ਮੰਤਰੀ ਬਣ ਸਕਦਾ? ਉਹ ਡਿਪਟੀ CM ਹੀ ਕਿਉਂ ਬਣੂਗਾ? ਓਸ਼ੋ ਨੇ ਇੱਕ ਗੱਲ ਕਹੀ ਸੀ ਜੀ, ਉਹ ਕਹਿੰਦੇ ਜੇ ਭਾਰਤ ਦੇ ਵਿੱਚ ਜੀ ਕਾਸਟ ਸਿਸਟਮ ਨਾ ਹੁੰਦਾ ਜੀ ਤਾਂ ਮੁਗਲ, ਅੰਗਰੇਜ਼ ਜਾਂ ਹੋਰ ਜਿੰਨੇ ਵੀ ਫਰਾਂਸੀਸੀ ਲੋਕ ਜਿਨ੍ਹਾਂ ਨੇ ਭਾਰਤ ਤੇ ਰਾਜ ਕੀਤਾ ਉਹ ਕਦੇ ਰਾਜ ਨਾ ਕਰ ਸਕਦੇ ਜੀ। ਹੁਣ ਉਹੀ ਗੱਲ ਇਹਨਾਂ ਤੇ ਲਾਗੂ ਹੋ ਰਹੀ ਹੈ। ਬਿਲਕੁਲ ਇਸੇ ਤਰ੍ਹਾਂ ਭਾਜਪਾ ਤੁਸੀਂ ਦੇਖੋ ਕਿੱਥੇ ਪਹਿਲਾਂ ਆਰੀਆ ਸਮਾਜੀ ਲੋਕ, ਕਿੱਥੇ RSS, ਕਿੱਥੇ ਹੁਣ ਭਾਜਪਾ ਹਕੂਮਤ ਕਰ ਰਹੀ ਹੈ, ਠੀਕ ਹੈ। ਜਨਸੰਘ ਤੋਂ ਜਿਹੜਾ ਉਹ ਭਾਜਪਾ ਦਾ ਰੂਪ ਹੋ ਗਿਆ, ਤੇ ਉਹ ਵੀ ਦਲਿਤ ਪੱਤਾ ਖੇਡ ਰਹੇ ਆ, ਠੀਕ ਹੈ। ਫਿਰ ਤੁਸੀਂ ਦੇਖੋ ਜਿਹੜੇ ਸ਼ਡਿਊਲਡ ਕਾਸਟ ਨੇ, ਧਰਮੀ ਰਵਿਦਾਸੀਏ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਆਰੀਆ ਸਮਾਜੀ ਬਣਾਇਆ ਗਿਆ, ਔਰ ਉੱਥੇ ਉਹਨਾਂ ਨੂੰ ਆਰੀਆ ਕਹਿੰਦੇ ਆ, ਜਾਣੀ ਕਿ ਮਤਲਬ ਜੇ ਕੋਈ ਗੱਲ ਕਰਨੀ ਹੋਵੇ ਨਾ ਸ਼ਡਿਊਲਡ ਕਾਸਟ ਦੀ, ਤਾਂ ਕਹਿੰਦੇ ਉਹ ਤਾਂ ਫਲਾਣੇ ਆਰੀਆ। ਉਹ ਬਕਾਇਦਾ ਦੀਨਾ ਨਗਰ ਦੇ ਵਿੱਚ ਉਹਨਾਂ ਦਾ ਸ਼ੁੱਧੀਕਰਨ ਕਰਕੇ ਉਹਨਾਂ ਨੂੰ ਆਰੀਆ ਬਣਾਇਆ ਗਿਆ। ਫਿਰ ਦੇਖੋ ਵੀ ਆਰੀਆ ਸਮਾਜੀ ਬਣਾਏ ਗਏ ਦਲਿਤ ਜ਼ਿਲ੍ਹਾ ਗੁਰਦਾਸਪੁਰ 'ਚ ਖਾਸ ਕਰਕੇ, ਦੀਨਾ ਨਗਰ ਉਹਨਾਂ ਦਾ ਸ਼ੁੱਧੀਕਰਨ ਹੋਇਆ, ਉਹਨਾਂ ਨੂੰ ਰੋਡੇ ਕਰਕੇ, ਉਹਨਾਂ ਦੇ ਵਾਲ ਲਾ ਕੇ, ਮਤਲਬ ਉਹਨਾਂ ਤੇ ਜੋ ਵੀ ਆ ਜਲ ਛੜਕਾ ਕੇ, ਤਾਂ ਉਹ ਆਰੀਆ ਸਮਾਜੀ ਬਣਾਏ ਗਏ। ਉੱਥੇ ਦਲਿਤਾਂ ਨੂੰ ਪਿੰਡਾਂ ਦੇ ਵਿੱਚ ਅੱਜ ਵੀ ਆਰੀਆ ਕਿਹਾ ਜਾਂਦਾ ਹੈਗਾ। ਤੇ ਉਹ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ, ਮੈਂ ਕਿਤੇ ਮਤਲਬ ਉੱਧਰ ਜਾਣਾ ਆਉਣਾ ਰਿਸ਼ਤੇਦਾਰੀ ਦੇ ਵਿੱਚ, ਤਾਂ ਉਹਨੂੰ ਕਹਿਣਾ ਫਲਾਣੇ ਆਰੀਆ। ਉਹ ਹੁਣ ਅੱਜ ਜਾ ਕੇ ਮੈਨੂੰ ਪਤਾ ਲੱਗਿਆ ਵੀ ਉਹ ਆਰੀਆ ਸਮਾਜ 'ਚ ਜੋੜੇ ਗਏ ਲੋਕ, ਤੇ ਇਸ ਤਰ੍ਹਾਂ ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ। ਦੇਖੋ ਉਹਦੇ ਵਿੱਚ ਮੈਂ ਨਾ ਇਸ ਸਮਾਜ ਦੀ ਵੀ ਥੋੜੀ ਜਾਗਰੂਕਤਾ ਦੀ ਕਮੀ ਜਿਹੜੀ ਆ ਉਹਦੀ ਗੱਲ ਕਰੂੰਗਾ ਜੀ, ਕਿਉਂਕਿ ਜੇ ਉਹ ਜਾਗਰੂਕ ਹੋਣ ਤੇ ਉਹਨਾਂ ਦਾ ਸ਼ੁੱਧੀਕਰਨ ਕਰਦਾ। ਇਨਸਾਨ ਅਸ਼ੁੱਧ ਹੁੰਦਾ ਹੀ ਕਦੋਂ ਹੈ ਜੀ, ਹੈ ਨਾ। ਜੋ ਫਿਰ ਤੁਸੀਂ ਹੋਰ ਤਾਂ ਹੋਰ ਭਈ ਇਹ ਸਾਰੀਆਂ ਪਾਰਟੀਆਂ ਕਿਵੇਂ ਦਲਿਤ ਪੱਤਾ, ਕਿਵੇਂ ਗਰੀਬਾਂ ਦੀ ਐਕਸਪਲੋਇਟੇਸ਼ਨ ਕਰਦੀਆਂ ਹੈਗੀਆਂ। ਆਮ ਬੰਦੇ ਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਕਿਵੇਂ ਲੁੱਟਿਆ ਜਾ ਰਿਹਾ ਦੋਵੇਂ ਹੱਥੀਂ। ਹੁਣ ਤੁਸੀਂ ਹੋਰ ਤਾਂ ਹੋਰ ਜਸਟਿਸ ਬੋਬੜੇ ਜੀ ਥੋੜੇ ਦਿਨਾਂ ਤੱਕ ਰਿਟਾਇਰ ਹੋ ਰਹੇ ਆ। ਸਾਊਥ ਦੇ ਦੱਖਣੀ ਭਾਰਤੀ ਕਿਸੇ ਕਾਲਜ ਲਈ ਵਰਚੁਅਲ ਕਾਨਫਰੰਸ ਬੋਲਦੇ ਨੇ ਭਈ ਸੰਸਕ੍ਰਿਤ ਜਿਹੜੀ ਹੈ ਉਹ ਇੱਕ ਸਾਂਝੀ ਭਾਸ਼ਾ ਅਦਾਲਤਾਂ ਦੀ ਹੋ ਸਕਦੀ ਆ, ਅੰਗਰੇਜ਼ੀ ਦੀ ਤਾਂ। ਔਰ ਇਹ ਸੁਝਾਅ ਬਾਬਾ ਸਾਹਿਬ ਅੰਬੇਦਕਰ ਹੋਰੀ ਕਹਿੰਦੇ ਦਿੱਤਾ ਹੈਗਾ। ਤਾਂ ਉਹ ਤਾਂ ਇਹਨਾਂ ਗੱਲਾਂ ਤੁਸੀਂ ਸੰਸਕ੍ਰਿਤ, ਉਹ ਕਹਿੰਦੇ ਜੀ ਵੀ ਦੱਖਣੀ ਭਾਰਤੀ ਲੋਕ ਹਿੰਦੀ ਨੂੰ ਨਹੀਂ ਪਸੰਦ ਕਰਦੇ, ਉੱਤਰੀ ਭਾਰਤੀ ਲੋਕ ਦੱਖਣੀ ਭਾਰਤੀ ਭਾਸ਼ਾਵਾਂ ਨਹੀਂ, ਪਈ ਇੱਕ ਸਾਂਝੀ ਭਾਸ਼ਾ ਸੰਸਕ੍ਰਿਤ ਹੋ ਸਕਦੀ ਹੈ। ਔਰ ਸੰਸਕ੍ਰਿਤ ਤਾਂ ਹੁਣ ਤੱਕ ਰਹੀ ਉੱਚ ਵਰਗ ਦੀ ਭਾਸ਼ਾ ਆ। ਨਹੀਂ, ਸੰਸਕ੍ਰਿਤ ਤਾਂ ਸਮਝ ਹੀ ਨਹੀਂ ਆਉਂਦੀ, ਤੇ ਨਾ ਕਿਸੇ ਨੂੰ ਸਮਝ ਆਉਂਦੀ ਆ। ਉਹ ਜਿਹੜੇ ਹੇਠਲੇ ਵਰਗ ਦੇ ਲੋਕ ਆ ਉਹਨਾਂ ਨੂੰ ਤਾਂ ਮਤਲਬ ਗਿਆਨ ਹਾਸਲ ਕਰਨ ਦਾ ਹੱਕ ਹੀ ਨਹੀਂ ਸੀ, ਉਹਨਾਂ ਦੇ ਕੰਨਾਂ 'ਚ ਤਾਂ ਸਿੱਕਾ ਢਾਲ ਕੇ ਪਾਇਆ ਜਾ ਸਕਦਾ ਸੀ। ਤੇ ਹੁਣ ਜਿਹੜੇ ਆਮ ਜਿਹੜੇ ਸਕੂਲ 'ਚ ਨਹੀਂ ਜਾ ਸਕਦੇ ਉਹ ਸੰਸਕ੍ਰਿਤ ਕਿੱਥੋਂ ਸਿੱਖਣਗੇ? ਸੋ ਇਹ ਜੇ ਸੁਝਾਅ ਚੀਫ ਜਸਟਿਸ ਵੱਲੋਂ ਆਉਂਦਾ ਹੈਗਾ ਤਾਂ ਉਹ ਤੁਸੀਂ ਮਤਲਬ ਅੰਦਾਜ਼ਾ ਹੀ ਲਾ ਸਕਦੇ ਆ ਵੀ ਦੇਸ਼ ਕਿੱਧਰ ਨੂੰ ਤੁਰ ਰਿਹਾ ਹੈਗਾ। ਅੱਛਾ, ਵੈਸਟ ਬੰਗਾਲ 'ਚ ਜੀ ਇੱਕ ਸਿਟੀਜ਼ਨ ਫੋਰਮ ਆ ਵੈਸਟ ਬੰਗਾਲ ਦੀ ਜੀ, ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਤੇ ਕੇਸ ਕਰ ਦਿੱਤਾ, ਕਹਿੰਦੇ ਬਿਲਕੁਲ ਜੀ। FIR ਦਰਜ ਹੋਈ ਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਖਿਲਾਫ। ਦੀਦੀ ਉਹ ਦੀਦੀ ਫਿਕਰਾ ਜਿਹੜਾ ਬੋਲਿਆ ਉਹਨਾਂ ਨੇ। ਔਰ ਤੁਸੀਂ ਦੇਖੋ ਵੀ ਇਹ ਫਿਕਰਾ ਲੈ ਕੇ ਨੌਜਵਾਨ ਜਿਹੜੇ ਆ ਉਹ ਬੱਚੀਆਂ ਨੂੰ ਇਦਾਂ ਜਿਵੇਂ ਬੋਲੇ ਮਾਰਨੇ, ਉਹ ਟੀਜ਼ ਕਰਦੇ ਆ, ਛੇੜਛਾੜ ਹੋ ਰਹੀ ਆ ਦੀਦੀ ਉਹ ਦੀਦੀ ਕਹਿ ਕੇ। ਸੋ ਜੇ ਪ੍ਰਧਾਨ ਮੰਤਰੀ ਤੇ ਪਰਚਾ ਦਰਜ ਹੁੰਦਾ ਤਾਂ ਇਹ ਗੱਲ ਸੋਚਣ ਵਿਚਾਰਨ ਵਾਲੀ ਗੱਲ ਆ। ਪਹਿਲੀ ਗੱਲ ਤੇ ਇਹ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤਾਂ ਇੱਕ ਸੂਬੇ ਦੀ ਚੁਣੀ ਹੋਈ ਮੁੱਖ ਮੰਤਰੀ ਦੇ ਖਿਲਾਫ ਇਸ ਤਰ੍ਹਾਂ ਬੋਲੇ, ਇੱਦਾਂ ਸੰਬੋਧਨ ਕਰੇ,
ਇਹ ਘੱਟੋ ਘੱਟ ਪ੍ਰਧਾਨ ਮੰਤਰੀ ਨੂੰ ਤਾਂ ਸ਼ੋਭਾ ਨਹੀਂ ਦਿੰਦਾ। ਜੀ। ਫਿਰ ਦੂਸਰਾ ਇਹ ਆ ਵੀ ਜਿੱਥੇ ਵੀ ਕਿਤੇ ਵਿਰੋਧ ਹੁੰਦਾ, ਮਸਲਨ ਹੁਣ ਕਹਿੰਦੇ ਵੀ ਕਰੋਨਾ ਬਾਰੇ ਨਹੀਂ ਜੀ ਕੋਈ ਗੱਲ ਹੋ ਸਕਦੀ। ਮੀਡੀਆ ਜਿਹੜਾ ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ ਆ, ਵੈਬ ਦਾ ਜ਼ਮਾਨਾ ਆ, ਇੰਟਰਨੈਟ ਦਾ ਜ਼ਮਾਨਾ ਆ, ਉਹ ਕਹਿੰਦੇ ਜੀ ਜਿਹੜਾ ਕੋਈ ਕਰੋਨਾ ਦੇ ਖਿਲਾਫ ਕੋਈ ਉਲਟ ਪੁਲਟ ਗੱਲ ਕਰੂਗਾ, ਉਲਟ ਪੁਲਟ ਕੀ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਹੀ ਆ ਵੀ ਕਰੋਨਾ ਦੇ ਨਾਂ ਤੇ ਕਿਵੇਂ ਜਿਹੜਾ ਆ ਉਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, ਤਾਂ ਵੀ ਇਦਾਂ ਦੀ ਕੋਈ ਗੱਲ ਨਾ ਕਰੋ ਜੀ, ਜਿਹੜਾ ਕੋਈ ਕਰੇਗਾ ਉਹਦੇ ਖਿਲਾਫ ਪਰਚਾ ਦਰਜ ਹੋਊਗਾ। ਸੋ ਇਹ ਸਾਰਾ ਕੁਝ ਲੋਕਾਂ ਨੂੰ ਡਰਾਉਣ ਧਮਕਾਉਣ ਲਈ, ਇੰਟੀਮੀਡੇਟ ਕਰਨ ਲਈ ਕੀਤਾ ਜਾ ਰਿਹਾ। ਕੋਈ ਕਿਤੇ ਵਿਰੋਧ ਦੀ ਆਵਾਜ਼ ਉੱਠਦੀ ਆ, ਉਹਨੂੰ ਦੱਬਣ ਦੇ ਸਾਰੇ ਕੇਂਦਰ ਸਰਕਾਰ ਦੇ ਉਪਰਾਲੇ ਨੇ ਜੀ। ਤੇ ਜਿਹੜਾ ਪਰਚਾ ਦਰਜ ਹੋਇਆ ਉਹ ਮੈਂ ਸਮਝਦਾ ਵੀ ਉਹ ਜ਼ਰੂਰਤਮੰਦ ਲੋਕ ਆ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਪਰਚਾ ਦਰਜ ਕੀਤਾ। ਇੱਕ IPS ਅਫਸਰ ਸੀਗੇ ਪੰਜਾਬ ਦੇ, ਮੈਂ ਛੋਟੀ ਜਿਹੀ ਉਦਾਹਰਣ ਦਿੰਦਾ ਵੀ ਮੋਹਾਲੀ ਥਾਣੇ 'ਚ ਆਉਂਦੇ ਆ ਤੇ ਕਿਸੇ ਸਿਪਾਹੀ ਦੇ ਥੱਪੜ ਮਾਰ ਦਿੰਦੇ ਵੀ ਤੂੰ ਵਰਦੀ ਨਹੀਂ ਪਾਈ, ਇੰਸਪੈਕਸ਼ਨ ਤੇ SSP ਜ਼ਿਲ੍ਹੇ ਦਾ ਆ ਰਿਹਾ, ਤਾਂ ਉਹ SHO ਜਿਹੜਾ ਜ਼ਰੂਰਤਮੰਦ ਸੀਗਾ ਉਹਨਾਂ ਨੇ SSP ਦੇ ਖਿਲਾਫ ਉਸੇ ਥਾਣੇ 'ਚ ਪਰਚਾ ਦਰਜ ਕਰ ਲਿਆ ਸੀ ਵੀ ਵਰਦੀ ਨਹੀਂ ਪਾਈ, ਕੋਈ ਸਜ਼ਾ ਦਿਓ, ਉਹਨੂੰ ਮੁਅੱਤਲ ਕਰ ਦਿਓ ਜਾਂ ਉਹਨੂੰ ਕੋਈ ਸਜ਼ਾ ਲਾ ਦਿਓ, ਤੁਸੀਂ ਥੱਪੜ ਨਹੀਂ ਮਾਰ ਸਕਦੇ। ਸੋ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਚੁਣੀ ਹੋਈ ਮੁੱਖ ਮੰਤਰੀ ਦੇ ਖਿਲਾਫ ਜੇ ਇੱਦਾਂ ਬੋਲਦਾ ਤਾਂ ਉਹ ਓਫੈਂਸ ਹੀ ਗਿਣਿਆ ਜਾਏਗਾ। ਬਿਲਕੁਲ ਬਿਲਕੁਲ ਜੀ। ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਇੱਥੇ ਜੀ ਰਾਮ ਮੰਦਿਰ ਦੀ ਜਿਨ੍ਹਾਂ ਨੇ ਜੱਜਮੈਂਟ ਦਿੱਤੀ ਸੀ, ਰੰਜਨ ਗਗੋਈ ਜੀ ਉਦੋਂ CJI ਸੀ ਉਹ ਜੀ, ਉਹਨਾਂ ਨੂੰ ਰਾਜ ਸਭਾ ਦੀ ਸੀਟ ਮਿਲੀ। ਬਿਲਕੁਲ ਜੀ। ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਢਾਉਣ ਵਾਲੇ ਸਾਰੇ ਬੰਦਿਆਂ, ਜਿਨ੍ਹਾਂ 'ਚ ਆਪਣੇ ਇਹੋ ਸੀਗੇ ਆਪਣੇ ਅਡਵਾਨੀ ਸਾਹਿਬ ਤੇ ਹੋਰ ਜਿਹੜੇ ਆਪਣੇ ਸੀਗੇ ਸਾਰੇ ਜਿੰਨੇ ਵੀ ਸੀਨੀਅਰ ਉਮਾ ਭਾਰਤੀ ਜੋ ਵੀ ਸੀ, ਹਾਂਜੀ, ਇਹਨਾਂ ਨੂੰ ਸਾਰਿਆਂ ਨੂੰ ਬਰੀ ਕਰ ਦਿੱਤਾ। ਕਹਿੰਦੇ ਬਾਬਰੀ ਮਸਜਿਦ ਨੂੰ ਕਿਸੇ ਨੇ ਨਹੀਂ ਢਾਇਆ, ਉਹ ਆਪੇ ਡਿੱਗ ਪਈ। ਬਿਲਕੁਲ ਜੀ। ਉਹਨੂੰ ਲੋਕਾਯੁਕਤ UP ਦੇ ਵਿੱਚ ਬਣਾ ਦਿੱਤਾ ਗਿਆ ਜੀ। ਇਹ ਕਿਹੋ ਜਿਹੀਆਂ ਇਹ ਡੀਲਸ ਨਹੀਂ ਲੱਗਦੀਆਂ ਵੀ ਜਿੱਦਾਂ ਆਪਸ ਦੇ ਵਿੱਚ ਡੀਲਸ ਚੱਲ ਰਹੀਆਂ, ਹੁਣ ਤੁਸੀਂ ਆਹ ਕਹਿ ਦਿਓ ਤੁਹਾਨੂੰ ਬਾਅਦ 'ਚ ਅਸੀਂ ਤੁਹਾਡੀ ਜ਼ਿੰਦਗੀ ਸੌਖੀ ਕਰ ਬਸ ਇਹ ਸਾਡੇ ਮੁਲਕ ਦੀ ਤਰਾਸਦੀ ਆ, ਇਹ ਸਾਡੇ ਮੁਲਕ ਦੀ ਹੋਣੀ ਆ, ਇਹ ਸਾਡੀ ਤੁਹਾਡੀ ਸਾਰਿਆਂ ਦੀ ਹੋਣੀ ਆ। ਭਈ ਉਹ ਲੋਕ, ਪਹਿਲੀ ਗੱਲ ਤਾਂ ਇਹ ਆ ਭਈ ਉੱਚ ਅਦਾਲਤਾਂ ਦੇ ਜੱਜ ਹੋਣ ਤੋਂ ਬਾਅਦ ਵੀ ਜੇ ਕੋਈ ਭੁੱਖ ਰਹਿ ਜਾਂਦੀ ਆ ਤਾਂ ਉਹ ਆਮ ਜਨਤਾ ਨੂੰ ਗਵਾਰਾ ਨਹੀਂ ਹੋ ਸਕਦੀ। ਤੇ ਪਹਿਲਾਂ ਐਡੇ ਉੱਚੇ ਅਹੁਦੇ ਮਾਣ ਲੈਂਦੇ ਨੇ, ਉਸ ਤੋਂ ਬਾਅਦ ਫਿਰ ਇਹੋ ਜਿਹੀਆਂ ਪੋਲੀਟੀਕਲ ਪੋਸਟਾਂ ਦੀ ਜੇ ਭੁੱਖ ਬਾਕੀ ਬਚਦੀ ਆ ਤਾਂ ਮੈਂ ਸਮਝਦਾ ਵੀ ਉਹ ਘੱਟੋ ਘੱਟ ਜੁਡੀਸ਼ਰੀ ਵਾਲਿਆਂ ਨੂੰ, ਨਿਆਂਪਾਲਿਕਾ ਦੇ ਲੋਕਾਂ ਨੂੰ ਇਹ ਤੋਂ ਦੂਰ ਰਹਿਣਾ ਚਾਹੀਦਾ। ਇਹ ਮੇਰਾ ਜਾਤੀ ਵਿਚਾਰ ਆ। ਵੈਸੇ ਇਹਨੂੰ ਭੁੱਖ ਨਹੀਂ, ਇਹਨੂੰ ਹਵਸ ਕਹਿ ਸਕਦੇ ਆ। ਇਹ ਲਸਟ ਫਾਰ ਪੋਲੀਟੀਕਲ ਪਾਵਰ ਹੈ, ਠੀਕ ਹੈ। ਸੋ ਦੂਸਰੀ ਗੱਲ ਇਹ ਆ ਵੀ ਦੇਖੋ, ਜਦ ਤੱਕ ਇਹੋ ਜਿਹੇ ਅਹੁਦਿਆਂ ਦੇ ਲਾਲਚ ਮਨੁੱਖਾਂ ਨੂੰ ਰਹਿਣਗੇ, ਉਹ ਪੁੱਠੇ ਸਿੱਧੇ ਕੰਮ ਵੀ ਕਰਨਗੇ, ਉਹ ਸਰਕਾਰਾਂ ਦੀ ਤਰਫਦਾਰੀ ਵੀ ਕਰਨਗੇ, ਉਹਨਾਂ ਦੀ ਹਮਾਇਤ ਵੀ ਕਰਨਗੇ ਆਪਣੇ ਫੈਸਲਿਆਂ ਦੇ ਵਿੱਚ। ਤੇ ਕੁੱਲ ਮਿਲਾ ਕੇ ਇਹ ਜਿਹੜਾ ਵਰਤਾਰਾ ਆ, ਇਹ ਚੰਗਾ ਵਰਤਾਰਾ ਨਹੀਂ ਮੁਲਕ ਦੇ ਲਈ, ਦੇਸ਼ ਦੇ ਲਈ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।